ਲਖੀਮਪੁਰ ਖੀਰ ਦੇ ਵਿੱਚ ਘਟਨਾ ਵਾਪਰੀ ਸੀ। ਉਸ ਤੋਂ ਬਾਅਦ 'ਚ 4 ਕਿਸਾਨਾਂ ਦੀ ਮੌਤ ਹੋ ਗਈ ਉੱਥੇ, ਤੇ ਉਹਨਾਂ 'ਚੋਂ 3 ਦੀ ਦੇਹ ਦਾ ਤਾਂ ਸੰਸਕਾਰ ਕਰ ਦਿੱਤਾ ਗਿਆ, ਪਰ ਜੋ ਚੌਥੇ ਮੁੰਡੇ ਦੇ ਪਰਿਵਾਰ ਵਾਲੇ ਸੀ ਉਹਨਾਂ ਨੇ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਜੋ ਪੋਸਟਮਾਰਟਮ ਦੀ ਰਿਪੋਰਟ ਆਈ ਆ ਉਹਦੇ 'ਚ ਕੁਝ ਗਲਤ ਹੈ। ਮਤਲਬ ਕਿਹਾ ਜਾ ਰਿਹਾ ਸੀ ਕਿ ਗੋਲੀ ਲੱਗਣ ਨਾਲ ਮੌਤ ਹੋਈ ਹੈ, ਪਰ ਪੋਸਟਮਾਰਟਮ ਦੇ ਵਿੱਚ ਇਹ ਚੀਜ਼ ਨਹੀਂ ਦਿਖਾਈ ਗਈ। ਤਾਂ ਹੁਣ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? देखो ये बिल्कुल ठीक है, क्योंकि तुहानूं पता ही है कि ਜਿਹੜਾ ਇਹ ਲਖੀਮਪੁਰ ਖੀਰੀ ਕਾਂਡ ਜਿਹੜਾ ਹੋਇਆ ਹੈ ਉਹਦੇ ਵਿੱਚ ਸੱਤਾ ਧਿਰ ਜਿਹੜੀ ਉਹਦਾ ਵੱਡਾ ਲੀਡਰ ਸ਼ਾਮਿਲ ਹੈ ਔਰ ਸੈਂਟਰ ਦੇ ਵਿੱਚ ਕੇਂਦਰੀ ਰਾਜ ਮੰਤਰੀ ਹੈ ਗ੍ਰਹਿ ਦਾ। ਜਦੋਂ ਹੋਮ ਮਿਨਿਸਟਰੀ ਮਤਲਬ ਦਾ ਮੁੰਡਾ ਇਨਵੋਲਵ ਹੋਏ ਤਾਂ ਤੁਹਾਨੂੰ ਆਪ ਹੀ ਸਹਿਜ ਹੀ ਸਭ ਨੂੰ ਅੰਦਾਜ਼ਾ ਜਾ ਹੋ ਜਾਂਦਾ ਕਿ ਇੰਨੀ ਜਲਦੀ ਇਨਸਾਫ ਮਿਲਣ ਵਾਲਾ ਨਹੀਂ ਹੈ। ਇਹ ਸਾਰਾ ਮਤਲਬ ਜਿਹੜਾ ਦਬਾਅ ਦੀ ਰਾਜਨੀਤੀ ਦੇ ਵਿੱਚ ਜਿਹੜਾ ਤੁਸੀਂ ਦੇਖ ਲਓ ਵੀ ਚਾਹੇ ਉਹ ਮਿਨਿਸਟਰਾਂ ਦਾ ਸਾਡੇ ਸੀਐਮ ਸਾਹਿਬ ਜਾ ਰਹੇ ਆ, ਡਿਪਟੀ ਸੀਐਮ ਜਾ ਰਹੇ ਆ, ਇੱਧਰੋਂ ਹੋਰ ਵੀ ਸਟੇਟਾਂ ਤੋਂ ਜਿਹੜੇ ਓਪੋਜੀਸ਼ਨ ਦੇ ਲੀਡਰਸ ਨੇ ਉਹਨਾਂ ਨੂੰ ਉੱਥੇ ਨਾ ਜਾਣ ਦੇਣਾ, ਰੋਕਣਾ, ਇਹ ਇੱਕ ਦਰਸਾਉਂਦਾ ਵੀ ਤੁਸੀਂ ਜਾਣ ਬੁੱਝ ਕੇ ਮਤਲਬ ਉੱਥੇ ਚੀਜ਼ਾਂ ਨੂੰ ਦਬਾਉਣਾ ਚਾਹੁੰਦੇ ਹੋ ਤਾਂ ਕਿ ਸੱਚ ਸਾਹਮਣੇ ਨਾ ਆਏ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਮੈਨੂੰ ਲੱਗਦਾ ਕਿ ਆਪਾ ਵਿਰੋਧੀ ਚੀਜ਼ਾਂ ਨੇ, ਇਹ 'ਚ ਬਹੁਤ ਹੀ ਕਾਮਯਾਬੀ ਨਹੀਂ ਮਿਲੂਗੀ ਉਹਨਾਂ ਨੂੰ, ਕਿਉਂਕਿ ਹੁਣ ਇੰਟਰਨੈਟ ਮੀਡੀਆ, ਇਲੈਕਟ੍ਰੋਨਿਕ ਮੀਡੀਆ ਉਹ ਇੰਨਾ ਕੁ ਜ਼ਿਆਦਾ ਵੱਧ ਗਿਆ, ਉਹਦਾ ਪ੍ਰਭਾਵ ਇੰਨਾ ਜ਼ਿਆਦਾ ਹੈ ਕਿ ਹੁਣ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਤੁਸੀਂ ਮਤਲਬ ਦਬਾਇਆ ਨਹੀਂ ਜਾ ਸਕਦਾ। ਤੁਸੀਂ ਦੇਖ ਲਓ ਹੁਣ ਜਿਸ ਤਰ੍ਹਾਂ ਦਾ ਜਿਸ ਤਰੀਕੇ ਨਾਲ ਬਾਹਰ ਆ ਰਿਹਾ ਇਹ ਚੀਜ਼ਾਂ, ਤਾਂ ਉਹਦੇ ਨਾਲ ਤਾਂ ਤੁਹਾਡੀ ਬਦਨਾਮੀ ਜ਼ਿਆਦਾ ਹੋ ਰਹੀ ਹੈ। ਚਾਹੀਦਾ ਤਾਂ ਤੁਹਾਨੂੰ ਇਹੀ ਸੀ ਕਿ ਪਹਿਲੇ ਦਿਨ ਹੀ ਤੁਸੀਂ ਉਹਨੂੰ ਰੋਕਦੇ, ਉਸੇ ਟਾਈਮ ਬੰਦੇ ਨੂੰ ਅਰੈਸਟ ਕਰਦੇ, ਉਹ ਤੋਂ ਪ੍ਰਧਾਨ ਮੰਤਰੀ ਵੀ ਉਹਨੂੰ ਤੁਰੰਤ ਬਰਖਾਸਤ ਕਰਦੇ, ਤੇ ਇਹ ਚੀਜ਼ਾਂ ਵੈਸੇ ਹੀ ਸਰਕਾਰ ਆਪ ਹੀ ਇਹਨੂੰ ਡਾਊਨ ਪਲੇ ਕਰ ਸਕਦੀ ਸੀ। ਪੱਕੇ ਤੌਰ ਉੱਤੇ ਰਸਤਿਆਂ ਨੂੰ ਬੰਦ ਨਹੀਂ ਕਰ ਸਕਦੇ, ਤੇ ਬਾਕੀ ਸਰਕਾਰ ਜਾਣੇ ਕਿ ਉਹਨਾਂ ਨੇ ਕਿਵੇਂ ਇਸ ਮਸਲੇ ਦਾ ਹੱਲ ਕੱਢਣਾ ਤੇ ਕਿਵੇਂ ਉਹਨਾਂ ਨੇ ਰਸਤੇ ਖਾਲੀ ਕਰਵਾਉਣੇ ਨੇ। ਤੇ ਹੁਣ ਇਸੇ ਚੀਜ਼ ਨੂੰ ਲੈ ਕੇ ਆਪਣਾ ਜੋ ਕਿਸਾਨ ਯੂਨੀਅਨ ਦਾ ਆਪਣਾ ਜੋ ਕਿਸਾਨ ਮੋਰਚੇ ਦਾ ਪੈਨਲ ਹੈ, ਕਾਨੂੰਨ ਪੈਨਲ, ਉਹਨਾਂ ਨੇ ਉਹਨਾਂ ਦੇ ਆਪਣਾ ਨੋਟਿਸ ਲਿਆ ਤੇ ਉਹਨਾਂ ਕਿਹਾ ਕਿ ਸੁਪਰੀਮ ਕੋਰਟ ਹੀ ਇਹਨਾਂ ਕਾਨੂੰਨਾਂ ਨੂੰ ਰੱਦ ਕਰੇ। ਤਾਂ ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ? ਦੇਖੋ ਇਹਦੇ ਵਿੱਚ ਇੱਕ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ, ਚਾਹੇ ਸੁਪਰੀਮ ਕੋਰਟ ਕਹੇ, ਚਾਹੇ ਸਰਕਾਰਾਂ ਕਹਿਣ, ਚਾਹੇ ਕੋਈ ਹੋਰ ਕਹੇ, ਕਿਸਾਨ ਉੱਥੇ ਜਿਹੜੇ ਬੈਠੇ ਆ ਉਹ ਕੋਈ ਪਿਕਨਿਕ ਨਹੀਂ ਮਨਾ ਰਹੇ। ਇਹ ਸੁਪਰੀਮ ਕੋਰਟ ਦੇ ਜੱਜਾਂ ਨੂੰ ਵੀ ਆਪਣੇ ਦਿਮਾਗ 'ਚੋਂ ਗੱਲ ਕੱਢ ਦੇਣੀ ਚਾਹੀਦੀ। ਕਿਉਂ ਕੋਈ ਉੱਥੇ ਪਿਕਨਿਕ ਮਨਾਉਣ ਬੈਠੇ ਆ? ਕੀ ਉਹਨਾਂ ਨੂੰ ਨਹੀਂ ਦਿਖ ਰਿਹਾ ਵੀ ਪਿਛਲੇ 1 ਸਾਲ ਤੋਂ ਉਹ ਉੱਥੇ ਬੈਠੇ ਆ? ਨਵੰਬਰ ਦੇ ਵਿੱਚ, ਹੁਣ ਅਕਤੂਬਰ ਆ ਗਿਆ, ਨਵੰਬਰ ਦੇ ਵਿੱਚ ਉਹਨਾਂ ਨੂੰ ਪੂਰੇ 1 ਸਾਲ ਹੋ ਜਾਏਗਾ ਉੱਥੇ ਨੂੰ ਬੈਠੇ ਨੂੰ। ਪੂਰੀ ਸਰਦੀ, ਪੂਰੀ ਗਰਮੀ, ਪੂਰੀਆਂ ਬਾਰਿਸ਼ਾਂ, ਕਿੰਨੇ ਤਰ੍ਹਾਂ ਦੇ ਦੁੱਖ ਉਹਨਾਂ ਨੇ ਉੱਥੇ ਬੈਠ ਕੇ ਝੇਲੇ। ਸਰਕਾਰ ਨੂੰ ਇਸ ਗੱਲ ਦੇ ਉੱਤੇ ਕਹਿਣ ਦੀ ਬਜਾਏ, ਆਰਡਰ ਕਰਨ ਦੀ ਬਜਾਏ ਕਿ ਤੁਸੀਂ ਯਾਰ ਮਸਲਾ ਹੱਲ ਕਰੋ, ਉਹ ਕਿਸਾਨਾਂ ਨੂੰ ਮੱਤਾਂ ਦੇ ਰਹੇ ਆ। ਜਦੋਂ ਤੁਸੀਂ ਕਿਸਾਨਾਂ ਨਾਲ ਗੱਲ ਕਰਦੇ ਹੋ ਤਾਂ ਕਿਸਾਨ ਕਹਿਣਗੇ ਵੀ ਅਸੀਂ ਇੱਕ ਮੱਦ ਦੇ ਉੱਤੇ, ਤਿੰਨੋਂ ਕਾਨੂੰਨਾਂ ਦੀ ਇੱਕ ਮੱਦ ਦੇ ਉੱਤੇ ਸਰਕਾਰ ਨੂੰ ਇਸ ਗੱਲ ਲਈ ਮਜਬੂਰ ਕਰਤਾ ਕਿ ਉਹ ਮੰਨ ਗਈ ਹੈ ਕਿ ਹਾਂ ਇਹ ਸਾਡੇ ਤੋਂ ਇਸ ਲਾਅ ਦੇ ਵਿੱਚ ਇਹ ਗਲਤ ਨੇ, ਅਸੀਂ ਇਹਨੂੰ ਠੀਕ ਕਰ ਸਕਦੇ ਹਾਂ। ਪਰ ਜਦੋਂ ਤੁਸੀਂ ਸਰਕਾਰ ਨੂੰ ਕਹੋ ਤਾਂ ਉਹ ਕਹਿਣਗੇ ਜੀ ਹਜੇ ਤੱਕ ਕਿਸਾਨ ਸਾਨੂੰ ਇਹ ਨਹੀਂ ਦੱਸ ਸਕੇ ਵੀ ਇਹਦੇ 'ਚ ਗਲਤ ਕੀ ਹੈ। ਤਾਂ ਇਹ ਹੱਲ ਕਿਵੇਂ ਹੋਊਗਾ? ਇਹਦਾ ਤਾਂ ਇੱਕੋ ਹੀ ਤਰੀਕਾ ਹੈ, ਤੁਸੀਂ ਉਹਦੀ ਟੀਵੀ ਡਿਬੇਟ ਖੁੱਲ੍ਹ ਕੇ ਕਰਾ ਦਿਓ, ਹੁਣ ਕੋਈ ਲਾਈਵ ਚੱਲੇਗਾ ਜੀ, ਤਾਂ ਸਭ ਨੂੰ ਲੋਕਾਂ ਨੂੰ ਪਤਾ ਚੱਲ ਜਾਣਾ ਵੀ ਕਿੱਥੇ ਲੋਕ ਗਲਤ ਹੈ, ਕਿੱਥੇ ਠੀਕ ਹੈ, ਔਰ ਉਹਦੇ ਵਿੱਚ ਤੁਸੀਂ ਉਸ ਹਿਸਾਬ ਨਾਲ ਕੋਈ ਫੈਸਲਾ ਲਓ। ਸਤਿ ਸ਼੍ਰੀ ਅਕਾਲ। ਪੰਜਾਬ ਸਟਾਰ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਜਸਬੀਰ ਸਿੰਘ ਸਵਾਗਤ ਕਰਦਾ ਹਾਂ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਪੈਸ਼ਲ ਰਿਪੋਰਟ। ਸਪੈਸ਼ਲ ਰਿਪੋਰਟ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਨਾਲ ਸੰਬੰਧਿਤ ਕੁਝ ਅਹਿਮ ਮੁੱਦਿਆਂ ਦੇ ਬਾਰੇ ਵਿੱਚ, ਜਿਸ ਬਾਰੇ ਸਾਡੇ ਨਾਲ ਵਿਸਥਾਰ ਨਾਲ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਸਰਦਾਰ ਇੰਦਰਪ੍ਰੀਤ ਸਿੰਘ ਜੀ। ਸਰ ਬਹੁਤ ਸਵਾਗਤ ਹੈ ਤੁਹਾਡਾ। ਹਾਂ ਸਰ, ਸਭ ਤੋਂ ਪਹਿਲਾਂ ਆਪਾਂ ਜਿਸ ਮੁੱਦੇ ਤੇ ਗੱਲ ਕਰਾਂਗੇ, ਅੱਜ ਕੱਲ੍ਹ ਕਾਫੀ ਧੂਲ ਫੜਦਾ ਨਜ਼ਰ ਆ ਰਿਹਾ ਜੋ ਲਖੀਮਪੁਰ ਖੀਰ ਦੇ ਵਿੱਚ ਘਟਨਾ ਵਾਪਰੀ ਸੀ। ਉਸ ਤੋਂ ਬਾਅਦ 'ਚ 4 ਕਿਸਾਨਾਂ ਦੀ ਮੌਤ ਹੋ ਗਈ ਉੱਥੇ, ਤੇ ਉਹਨਾਂ 'ਚੋਂ 3 ਦੀ ਦੇਹ ਦਾ ਤਾਂ ਸੰਸਕਾਰ ਕਰ ਦਿੱਤਾ ਗਿਆ, ਪਰ ਜੋ ਚੌਥੇ ਮੁੰਡੇ ਦੇ ਪਰਿਵਾਰ ਵਾਲੇ ਸੀ ਉਹਨਾਂ ਨੇ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਜੋ ਪੋਸਟਮਾਰਟਮ ਦੀ ਰਿਪੋਰਟ ਆਈ ਆ ਉਹਦੇ 'ਚ ਕੁਝ ਗਲਤ ਹੈ। ਮਤਲਬ ਕਿਹਾ ਜਾ ਰਿਹਾ ਸੀ ਕਿ ਗੋਲੀ ਲੱਗਣ ਨਾਲ ਮੌਤ ਹੋਈ ਹੈ, ਪਰ ਪੋਸਟਮਾਰਟਮ ਦੇ ਵਿੱਚ ਇਹ ਚੀਜ਼ ਨਹੀਂ ਦਿਖਾਈ ਗਈ। ਤਾਂ ਹੁਣ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਇਹ ਬਿਲਕੁਲ ਠੀਕ ਹੈ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਇਹ ਲਖੀਮਪੁਰ ਖੀਰੀ ਕਾਂਡ ਜਿਹੜਾ ਹੋਇਆ ਹੈ ਉਹਦੇ ਵਿੱਚ ਸੱਤਾ ਧਿਰ ਜਿਹੜੀ ਉਹਦਾ ਵੱਡਾ ਲੀਡਰ ਸ਼ਾਮਿਲ ਹੈ ਔਰ
ਸੈਂਟਰ ਦੇ ਵਿੱਚ ਕੇਂਦਰੀ ਰਾਜ ਮੰਤਰੀ ਹੈ ਗ੍ਰਹਿ ਦਾ, ਜਦੋਂ ਹੋਮ ਮਿਨਿਸਟਰੀ ਮਤਲਬ ਦਾ ਮੁੰਡਾ ਇਨਵੋਲਵ ਹੋਏ ਤਾਂ ਤੁਹਾਨੂੰ ਆਪ ਹੀ ਸਹਿਜ ਹੀ ਸਭ ਨੂੰ ਅੰਦਾਜ਼ਾ ਜਾ ਹੋ ਜਾਂਦਾ ਕਿ ਇੰਨੀ ਜਲਦੀ ਇਨਸਾਫ ਮਿਲਣ ਵਾਲਾ ਨਹੀਂ ਹੈ। ਔਰ ਕਿਉਂਕਿ ਉੱਥੇ ਗੋਲੀਆਂ ਵੀ ਚੱਲੀਆਂ ਨੇ ਔਰ ਇਹ ਕਲੀਅਰ ਵੀ ਹੋ ਗਿਆ। ਔਰ ਹੁਣ ਥੋੜ੍ਹੀ ਦੇਰ ਪਹਿਲਾਂ ਟੀਵੀ ਤੇ ਮੈਂ ਇੱਕ ਦੇਖ ਰਿਹਾ ਸੀਗਾ ਕਿ ਇੱਕ ਕੋਈ ਚਸ਼ਮਦੀਦ ਗਵਾਹ ਜਿਹੜਾ ਸੀ ਉੱਤੇ, ਸੌਰੀ ਚਸ਼ਮਦੀਦ ਗਵਾਹ ਨਹੀਂ, ਜਿਹੜਾ ਇਨਵੋਲਵ ਸੀ ਉਸ ਥਾਰ ਨੂੰ ਲੈ ਕੇ ਜਾਣ ਦੇ ਵਿੱਚ, ਉਹ ਮੁੰਡਾ ਪੁਲਿਸ ਨੇ ਪਕੜ ਲਿਆ ਔਰ ਉਹਦੀ ਉੱਥੇ ਉਹ ਚੱਲ ਰਹੀ ਸੀ ਪੁਲਿਸ ਇਨਵੈਸਟੀਗੇਸ਼ਨ, ਸਭ ਦੇ ਸਾਹਮਣੇ ਹੀ ਕਰ ਰਹੇ ਸੀ ਔਰ ਉਹ ਬੋਲ ਰਿਹਾ ਸੀ ਕਿ ਹਾਂ ਕਿਵੇਂ ਥਾਰ ਦੇ ਵਾਲੀ ਪਿੱਛੇ ਵਾਲੀ ਗੱਡੀ 'ਚ ਉਹ ਸੀਗਾ ਅਤੇ ਔਰ ਕਿਸ ਤਰ੍ਹਾਂ ਉਹਨੂੰ ਚੜ੍ਹਾਤਾ ਅਤੇ ਉੱਤੇ ਗੋਲੀਆਂ ਵੀ ਚਲਾਈਆਂ, ਸਾਰਾ ਕੁਝ ਚੱਲ ਰਿਹਾ ਸੀ। ਤਾਂ ਉੱਥੋਂ ਥੋੜ੍ਹਾ ਜਿਹਾ ਅੰਦਾਜ਼ਾ ਹੋ ਜਾਂਦਾ ਕਿ ਵੀ ਗੋਲੀਆਂ ਚੱਲਣ ਨਾਲ ਵੀ ਮੌਤ ਹੋਈ ਹੈ। ਤਾਂ ਜਿਹੜਾ ਮੁੰਡਾ ਮਰਿਆ, ਜਿਹਦੇ ਮਾਪਿਓ ਨੇ ਸੰਸਕਾਰ ਕਰਨ ਤੋਂ ਇਨਕਾਰ ਕਰਤਾ ਹੈ, ਉਹਨਾਂ ਨੇ ਇਹ ਕਿਹਾ ਵੀ ਇਹ ਠੀਕ ਨਹੀਂ ਹੈ ਸਾਡਾ ਮੁੰਡਾ, ਕਿਉਂਕਿ ਉਹਨਾਂ ਨੇ ਜਾਂ ਤਾਂ ਉਹਨਾਂ ਨੇ ਲਾਸ਼ ਦੇਖੀ ਹੈ ਔਰ ਲਾਸ਼ ਦੇ ਵਿੱਚ ਉਹਨਾਂ ਨੂੰ ਲੱਗਿਆ ਵੀ ਇੱਥੇ ਗੋਲੀ ਲੱਗੀ ਹੋਈ ਹੈ ਔਰ ਉਹ ਪੋਸਟਮਾਰਟਮ ਦੇ ਵਿੱਚ ਨਹੀਂ ਆ ਰਹੀ ਜਿੰਨੇ ਉਹ ਵਿਸ਼ਵਾਸ ਨਾਲ ਕਹਿ ਰਹੇ ਹੈ। ਉਸ ਤੋਂ ਇਹ ਲੱਗ ਰਿਹਾ ਕਿ ਵੀ ਪੁਲਿਸ ਜਾਂ ਜਿਹੜਾ ਵੀ ਸੱਤਾ ਧਿਰ ਹੈਗੀ ਹੈ ਉਹ ਇਸ ਕਿਤੇ ਨਾ ਕਿਤੇ ਇਸ ਚੀਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਸਾਹਮਣੇ ਨਾ ਆਏ। ਅਸਲ 'ਚ ਕੀ ਹੈ ਕਿ ਜੇ ਇਹ ਚੀਜ਼ ਆ ਜਾਂਦੀ ਹੈ ਦਬਾਓ, ਮਤਲਬ ਜਿਸ ਤਰ੍ਹਾਂ ਪਹਿਲਾਂ ਤਾਂ ਇਹ ਸਾਰੀ ਚੀਜ਼ ਨੂੰ ਉਹਨਾਂ ਨੇ ਐਕਸੀਡੈਂਟ ਬਣਾਉਣ ਦੀ ਕੋਸ਼ਿਸ਼ ਕੀਤੀ। ਤੁਸੀਂ ਦੇਖਿਆ ਹੋਣਾ ਪਹਿਲੇ ਦਿਨ ਜਦੋਂ ਸਾਰੀਆਂ ਟੀਵੀ, ਇੰਟਰਨੈਟ ਸੇਵਾ ਸਭ ਕੁਝ ਉਹਨਾਂ ਨੇ ਬੰਦ ਕਰਤਾ, ਤਾਂ ਉਹਦਾ ਵੱਡਾ ਕਾਰਨ ਹੀ ਇਹ ਸੀ ਕਿ ਵੀਡੀਓਜ਼ ਜਿਹੜੀ ਹੈਗੀ ਉਹ ਨਾ ਜਾਣ, ਭੜਕਾਹਟ ਨਾ ਹੋ ਜਾਏ ਕਿਤੇ। ਤੇ ਪਰ ਉਹਦੇ ਵਿੱਚ ਨਾਲ ਇੱਕ ਇਹ ਸੀ ਵੀ ਸੱਚ ਨੂੰ ਵੀ ਦਬਾਇਆ ਜਾਏ। ਤਾਂ ਉਹ ਸਾਰੀ ਕੋਸ਼ਿਸ਼ ਦੇ ਵਿੱਚ ਜਿਹੜਾ ਕੇਂਦਰੀ ਰਾਜ ਮੰਤਰੀ ਹੈ, ਉਹਨੇ ਜਿਹੜਾ ਪਹਿਲਾ ਬਿਆਨ ਦਿੱਤਾ ਸੀ, ਅਗਰ ਤੁਸੀਂ ਸੁਣਿਆ ਹੋਵੇ, ਤਾਂ ਉਹਨੇ ਕਿਹਾ ਇਹ ਸੀ ਕਿ ਜੇ ਮੇਰਾ ਮੁੰਡਾ ਇਨਵੋਲਵ ਨਹੀਂ, ਪਹਿਲੀ ਗੱਲ ਤਾਂ ਇਹ, ਉਹ ਗੱਡੀ ਜ਼ਰੂਰ ਹੋ ਸਕਦੀ ਹੈ ਸਾਡੀ, ਲੇਕਿਨ ਉਹਦੇ 'ਚ ਉਹ ਨਹੀਂ ਸੀ, ਉਹ ਬਾਹਰ ਸੀ। ਦੂਜਾ ਉਹਨੇ ਕਿਹਾ ਕਿ ਜੀ ਇਹ ਜਿਹੜੇ ਉੱਥੇ ਕਿਸਾਨ ਸੀਗੇ, ਇਹਨਾਂ ਵਿੱਚ ਕੁਝ BKI ਦੇ ਵੀ ਬੰਦੇ, ਬੱਬਰ ਖਾਲਸਾ ਇੰਟਰਨੈਸ਼ਨਲ ਦੇ ਬੰਦੇ ਹੈਗੇ ਆ, ਉਹਨਾਂ ਨੇ ਸਾਡੇ 'ਤੇ ਤਲਵਾਰਾਂ ਨਾਲ, ਲਾਠੀਆਂ ਨਾਲ ਉੱਥੇ ਹਮਲਾ ਕੀਤਾ, ਜਿਹਦੇ ਕਰਕੇ ਸਾਡੇ ਡਰਾਈਵਰ ਤੋਂ ਗੱਡੀ ਜਿਹੜੀ ਹੈਗੀ ਉਹ ਪਲਟ ਗਈ, ਉਹ ਕਿਸਾਨਾਂ ਦੇ ਉੱਪਰ ਗਿਰ ਗਈ, ਅਤੇ ਜਿਹਦੇ ਨਾਲ ਕਿਸਾਨ ਕੁਚਲੇ ਗਏ। ਯਾਨੀ ਕਿ ਇਹ ਸਾਰਾ ਇੱਕ ਐਕਸੀਡੈਂਟ ਸੀ। ਅਤੇ ਉਹਦੇ 'ਚ ਉਹਨੇ ਕਿਹਾ ਵੀ ਮੇਰਾ ਜਿਹੜਾ ਡਰਾਈਵਰ ਸੀ ਉਹ ਵੀ ਮਾਰਿਆ ਗਿਆ, ਸਾਡਾ ਹਰੀਓਮ ਨਾਂ ਦਾ ਡਰਾਈਵਰ ਸੀ ਉਹ ਵੀ ਮਾਰਿਆ ਗਿਆ। ਮਤਲਬ ਸਾਰੇ ਮੁੱਦੇ ਨੂੰ ਉਹ ਐਕਸੀਡੈਂਟ ਦਿਖਾਉਣਾ ਚਾਹੁੰਦੇ ਸੀ, ਜਦਕਿ ਸੀਗਾ ਉਹ ਕਤਲ। ਹੁਣ ਜਦੋਂ ਕੱਲ੍ਹ ਦਾ ਵੀਡੀਓ ਜਿਹੜਾ ਬਹੁਤ ਹੀ ਵਾਇਰਲ ਹੋਇਆ, ਤੁਸੀਂ ਦੇਖ ਹੀ ਲਿਆ, ਉਹਦੇ ਵਿੱਚ ਕਲੀਅਰ ਕੱਟ ਲੱਗ ਰਿਹਾ ਵੀ ਕਿਸ ਤਰ੍ਹਾਂ ਕਿਸਾਨ ਆਪਣਾ ਆਰਾਮ ਨਾਲ ਜਾ ਰਹੇ ਨੇ, ਧਰਨਾ ਖਤਮ ਕਰਕੇ ਉਹ ਬਿਲਕੁਲ ਜਿਸ ਤਰ੍ਹਾਂ ਹੁੰਦਾ ਕਿ ਕੋਈ ਇੱਧਰ ਘੁੰਮ ਰਿਹਾ, ਕੋਈ ਉੱਧਰ ਘੁੰਮ ਰਿਹਾ, ਮਸਤੀ ਨਾਲ ਜਾ ਰਹੇ ਆਪਣਾ ਵਾਪਸੀ, ਅਤੇ ਉਹਦੇ ਪਿੱਛੋਂ ਹੂਟਰ ਮਾਰਦੀ ਹੋਈ ਗੱਡੀ ਜਿਹੜੀ ਹੈਗੀ ਹੈ ਉਹ ਉਹਦੇ ਉੱਪਰ ਚੜਾਈ ਗਈ। ਸਾਫ਼ ਪਤਾ ਲੱਗ ਰਿਹਾ ਕਿ ਇਹ ਜਾਣ ਬੁੱਝ ਕੇ ਚੜਾਈ ਗਈ ਹੈ, ਐਕਸੀਡੈਂਟ ਵਾਲੀ ਕੋਈ ਗੱਲ ਨਹੀਂ ਹੈ। ਉਹਦੇ ਵਿੱਚ ਹੀ ਗੋਲੀਆਂ ਵੀ ਚਲਾਈਆਂ ਗਈਆਂ। ਗੋਲੀਆਂ ਦੇ ਨਾਲ ਜਿਹੜਾ ਉਹ ਹੈਗਾ, ਕੀ ਨਾਮ ਹੈ, ਇੱਕ ਪੱਤਰਕਾਰ ਮਰਿਆ ਰਮਨ, ਉਹਦੇ ਵੀ ਮਾਂ ਪਿਓ ਕਹਿ ਰਹੇ ਕਿ ਉਹਦੇ ਗੋਲੀ ਲੱਗਣ ਨਾਲ ਮੌਤ ਹੋਈ ਹੈ। ਅਤੇ ਜਿਹੜਾ ਇਹ ਫਾਰਮਰ ਹੈ, ਇਹਦੇ ਮਾਂ ਪਿਓ ਵੀ ਕਹਿ ਰਹੇ ਕਿ ਉਹ ਗੋਲੀ ਨਾਲ ਲੱਗਣ ਨਾਲ ਮੌਤ ਹੋਈ ਹੈ। ਪਰ ਉਹ ਪੋਸਟਮਾਰਟਮਾਂ 'ਚ ਨਹੀਂ ਦਿਖਾਇਆ ਜਾ ਰਿਹਾ, ਕਿਉਂਕਿ ਫਿਰ ਤਾਂ ਸਿੱਧਾ ਹੀ ਕਲੀਅਰ ਹੋ ਗਿਆ ਕਿ ਇਹ ਕਤਲ ਹੀ ਹੈ, ਅਤੇ ਉਹ ਐਸਟੈਬਲਿਸ਼ ਹੋ ਜਾਏਗਾ। ਤਾਂ ਉਹਦੇ ਵਿੱਚ ਫਿਰ ਜਿਹੜੇ ਮਤਲਬ ਨੈਚੁਰਲੀ ਹੈ ਕਿ ਜਿਹੜਾ ਇਹ ਹੈਗਾ ਤੁਹਾਡਾ ਕੇਂਦਰੀ ਰਾਜ ਮੰਤਰੀ ਹੈ, ਉਹਦਾ ਮੁੰਡੇ ਦਾ ਸਾਰਾ ਕਰੀਅਰ ਵੀ ਤਬਾਹ ਹੋ ਜਾਣਾ ਹੈ, ਮੌਤ ਦੀ ਸਜ਼ਾ ਵੀ ਹੋ ਸਕਦੀ ਹੈ, ਔਰ ਜਿਹੜਾ ਮੰਤਰੀ ਹੈ ਉਹਦੀ ਵੀ ਕੁਰਸੀ ਜਾਏਗੀ। ਇਹ ਬਹੁਤ ਕਲੀਅਰ ਕੱਟ ਹੈ। ਇਸ ਕਰਕੇ ਸਾਰੀ ਚੀਜ਼ ਨੂੰ ਦਬਾ ਕੇ ਇਹਦੀ ਦਿਸ਼ਾ ਚੇਂਜ ਕੀਤੀ ਜਾ ਰਹੀ ਹੈ ਵੀ ਇਹ ਕਤਲ ਨਹੀਂ ਹੈ, ਇਹ ਐਕਸੀਡੈਂਟ ਹੀ ਹੈ। ਹੁਣ ਉਹ ਕਿੰਨੇ ਕੁ ਉਹਦੇ ਵਿੱਚ ਕਾਮਯਾਬ ਹੁੰਦੇ ਨੇ, ਇਹ ਸਾਰਾ ਮਤਲਬ ਜਿਹੜਾ ਦਬਾਓ ਦੀ ਰਾਜਨੀਤੀ ਦੇ ਵਿੱਚ ਜਿਹੜਾ ਤੁਸੀਂ ਦੇਖ ਲਓ ਵੀ, ਚਾਹੇ ਉਹ ਮਿਨਿਸਟਰਾਂ ਦਾ, ਸਾਡੇ CM ਸਾਹਿਬ ਜਾ ਰਹੇ ਆ, ਡਿਪਟੀ CM ਜਾ ਰਹੇ ਆ, ਇੱਧਰੋਂ ਹੋਰ ਵੀ ਸਟੇਟਾਂ ਤੋਂ ਜਿਹੜੇ ਓਪੋਜੀਸ਼ਨ ਦੇ ਲੀਡਰਸ ਨੇ, ਉਹਨਾਂ ਨੂੰ ਉੱਥੇ ਨਾ ਜਾਣ ਦੇਣਾ, ਰੋਕਣਾ, ਇਹ ਇੱਕ ਦਰਸਾਉਂਦਾ ਵੀ ਤੁਸੀਂ ਜਾਣ ਬੁੱਝ ਕੇ ਮਤਲਬ ਉੱਥੇ ਚੀਜ਼ਾਂ ਨੂੰ ਦਬਾਉਣਾ ਚਾਹੁੰਦੇ ਹੋ ਤਾਂ ਕਿ ਸੱਚ ਸਾਹਮਣੇ ਨਾ ਆਏ। ਇਸੇ ਤਰ੍ਹਾਂ ਹੀ ਮੀਡੀਆ ਕਰਮੀ ਬਹੁਤ ਰਸ਼ ਕਰ ਗਏ ਉੱਥੇ, ਮਤਲਬ ਦਿੱਲੀ ਦਾ ਮੀਡੀਆ ਬਹੁਤ ਜਾ ਰਿਹਾ ਹੈ, ਚੰਡੀਗੜ੍ਹ ਤੋਂ ਬਹੁਤ ਜਾ ਰਿਹਾ, ਲਖਨਊ ਵਾਲੇ ਸਾਈਡ ਤੋਂ ਬਹੁਤ ਆ ਰਿਹਾ, ਤਾਂ ਮੀਡੀਆ ਨੂੰ ਵੀ ਉਹਨਾਂ ਨੇ ਇੱਕ ਤਰ੍ਹਾਂ ਦਾ ਉੱਥੇ ਰੋਕ ਰੱਖਿਆ ਕਿ ਮੀਡੀਆ ਨੇ ਵੀ ਨਹੀਂ ਜਾਣਾ। ਅਤੇ ਇਹ ਸਾਰੀ ਚੀਜ਼ਾਂ ਤੋਂ ਪਤਾ ਲੱਗਦਾ ਹੈ ਵੀ ਉਹ ਕਿਤੇ ਨਾ ਕਿਤੇ ਜਿਹੜੀ
ਸੱਚ ਹੈ ਉਹਨੂੰ ਛਿਪਾਇਆ ਜਾ ਰਿਹਾ, ਉਸ ਲੋਕਾਂ ਦੇ ਸਾਹਮਣੇ ਨਜ਼ਰ ਨਾ ਆਏ। ਪਰ ਜਿਉਂ-ਜਿਉਂ ਮਤਲਬ ਵੀਡੀਓਜ਼ ਹੌਲੀ-ਹੌਲੀ ਸਾਹਮਣੇ ਆ ਰਹੇ ਨੇ, ਉੱਧਰੋਂ ਸੱਚ ਤਾਂ ਸਭ ਦੇ ਸਾਹਮਣੇ ਵੈਸੇ ਹੀ ਆ ਗਿਆ। ਕਿਹਨੂੰ ਤੁਸੀਂ ਹੁਣ ਦਬਾਉਣਾ ਚਾਹੁੰਦੇ ਹੋ? ਤਾਂ ਮੈਨੂੰ ਲੱਗਦਾ ਕਿ ਇਹ ਸਾਰੀ ਕੋਸ਼ਿਸ਼ ਦਾ ਇਹ ਨਤੀਜਾ ਹੈ ਜਿਹਨੂੰ ਇਹ, ਪਰ ਇਹ ਬਹੁਤੀ ਹੁਣ ਕਾਮਯਾਬ ਹੋਏਗੀ ਨਹੀਂ। ਹਾਂ ਸਰ, ਤੇ ਆਪਣਾ ਇਸ ਤੋਂ ਘਟਨਾ ਤੋਂ ਬਾਅਦ ਕਾਫੀ ਸਾਰੇ ਸਿਆਸੀ ਲੀਡਰ ਵੀ ਉਸ ਤਰਫ ਨੂੰ ਗਏ ਸੀ, ਤੇ ਅੱਜ ਰਾਹੁਲ ਗਾਂਧੀ ਤੇ ਆਪਣੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚਰਨ ਸਿੰਘ ਚੰਨੀ ਵੀ ਉੱਧਰ ਨੂੰ ਜਾ ਰਹੇ ਨੇ, ਤੇ ਕੱਲ ਨੂੰ ਕਿਹਾ ਜਾ ਰਿਹਾ ਕਿ ਨਵਜੋਤ ਸਿੰਘ ਸਿੱਧੂ ਵੀ ਉੱਥੇ ਪਹੁੰਚਣਗੇ, ਤਾਂ ਜੋ ਸਿਆਸੀ ਆਗੂਆਂ ਦਾ ਉੱਥੇ ਆਉਣਾ ਜਾਣਾ ਲੱਗਿਆ। ਇਸ ਨੂੰ ਤੁਸੀਂ ਕਿਸ ਤਰੀਕੇ ਨਾਲ ਵੇਖਦੇ ਹੋ? ਦੇਖੋ, ਉਹ ਇਸ ਟਾਈਮ ਕਿਉਂਕਿ ਯੂਪੀ ਦੇ ਵਿੱਚ ਇਲੈਕਸ਼ਨ ਹੈਗੇ ਆ, ਪੰਜਾਬ ਦੇ ਵਿੱਚ ਵੀ ਇਲੈਕਸ਼ਨ ਹੈ, ਦੋਨੋਂ ਸਟੇਟਾਂ 'ਚ ਇਕੱਠੇ ਆ, ਔਰ ਉੱਤਰਾਖੰਡ 'ਚ ਵੀ, ਤਿੰਨੋਂ ਸਟੇਟਾਂ 'ਚ ਇਕੱਠੇ ਨੇ। ਔਰ ਜਿਹੜਾ ਅੰਦੋਲਨ ਚੱਲ ਰਿਹਾ ਹੈ ਉਹ ਵੀ ਇਹਨਾਂ ਤਿੰਨਾਂ ਸਟੇਟਾਂ ਦਾ ਹੀ ਹੈ, ਮਤਲਬ ਉਹ 'ਚ ਹਰਿਆਣਾ ਵੀ ਹੈ, ਪਰ ਕਿਉਂਕਿ ਹਰਿਆਣਾ ਇਸ ਟਾਈਮ ਇਲੈਕਸ਼ਨ ਦੇ ਵਿੱਚ ਨਹੀਂ ਹੈ ਤਾਂ ਇਸ ਕਰਕੇ ਆਪਾਂ ਉਹਨੂੰ ਨਹੀਂ ਲਾ ਰਹੇ, ਲੇਕਿਨ ਇਹ ਤਿੰਨ ਸਟੇਟਾਂ ਦਾ ਐਟਲੀਸਟ ਹੈਗੀਆਂ ਹੀ ਨੇ। ਔਰ ਜਿਹੜੀ ਇਹ ਘਟਨਾ ਹੋਈ ਹੈ, ਨੈਚੁਰਲੀ ਹੈ ਕਿ ਪੋਲੀਟੀਕਲ ਮਾਈਲੇਜ ਵੀ ਹਰ ਇੱਕ ਪਾਰਟੀ ਦਾ ਲੈਣਾ ਹੀ ਚਾਹੇਗੀ, ਕੋਈ ਵੀ ਹੈ ਚਾਹੇ, ਸਿਵਾਏ ਜਿਹੜਾ ਬੀਜੇਪੀ ਹੈ। ਬੀਜੇਪੀ ਕਿਉਂਕਿ ਹੁਣ ਬੈਕਫੁੱਟ 'ਤੇ ਹੈ, ਇਸ ਕਰਕੇ। ਔਰ ਇਹਨਾਂ ਦੋਨਾਂ ਸਟੇਟਾਂ ਦੇ ਵਿੱਚ, ਚਾਹੇ ਉਹ ਉੱਤਰਾਖੰਡ ਹੋਵੇ, ਚਾਹੇ ਯੂਪੀ ਹੋਵੇ, ਚਾਹੇ ਹਰਿਆਣਾ ਹੋਵੇ, ਅਤੇ ਚਾਹੇ ਸੈਂਟਰ ਗੌਰਮੈਂਟ ਹੋਵੇ, ਇਹਨਾਂ ਦੇ ਵਿੱਚ ਜਿਹੜਾ ਹੈਗਾ ਉਹ ਬੀਜੇਪੀ ਉੱਥੇ ਸੱਤਾ ਦੇ ਵਿੱਚ ਹੈ। ਕਿਸ ਤਰ੍ਹਾਂ ਉਹਨੂੰ ਉਖਾੜਨਾ ਹੈ ਉੱਥੋਂ, ਇਹ ਉਦੋਂ ਹੀ ਹੋਊਗਾ ਜਦੋਂ ਇਸ ਤਰ੍ਹਾਂ ਦਾ ਮੋਮੈਂਟਮ ਉਹਦੇ ਖਿਲਾਫ ਬਣੇਗਾ। ਅਤੇ ਨੈਚੁਰਲੀ ਹੈ ਕਿ ਚਾਹੇ ਹੁਣ ਬਹਾਨਾ ਤਾਂ ਉਹਨਾਂ ਦੇ ਘਰਾਂ 'ਚ ਜਾਣ ਦਾ ਹੈ ਕਿ ਜੀ ਅਸੀਂ ਉਹਨਾਂ ਦੇ ਘਰ 'ਚ ਜਾਣਾ ਹੈ, ਉਹਨਾਂ ਦਾ ਦੁੱਖ ਸ਼ਾਮਲ ਹੋਣਾ ਹੈ, ਸਾਰਾ ਕਿਹਾ ਜਾ ਰਿਹਾ, ਲੇਕਿਨ ਅਸਲੀ ਤਾਂ ਸਾਰਿਆਂ ਨੂੰ ਹੀ ਪਤਾ ਕਿ ਪੋਲੀਟੀਕਲ ਪਾਰਟੀਆਂ ਕੋਈ ਐਡੀਆਂ ਉਹ ਨਹੀਂ ਹੈਗੀਆਂ, ਬੰਦੇ ਤਾਂ ਹੋਰ ਵੀ ਬਹੁਤ ਰੋਜ਼ ਮਰਦੇ, ਤੇ ਕੌਣ ਕਿੰਨਾਂ ਦੇ ਜਾਂਦਾ ਹੈ, ਇਹ ਤਾਂ ਕੋਈ ਉਹ ਨਹੀਂ ਹੈ। ਇੱਥੇ ਜਾਣ ਦੇ ਪਿੱਛੇ ਇੱਕ ਮਕਸਦ ਜਿਹੜਾ ਹੈਗਾ ਉਹ ਇਲੈਕਸ਼ਨ ਵੀ ਹੁੰਦਾ, ਔਰ ਉਹ ਹੈ ਵੀ ਹੈ। ਕਾਂਗਰਸ ਪਿੱਛੇ ਲੰਬੇ ਸਮੇਂ ਤੋਂ, ਤੁਸੀਂ ਕਹਿ ਲਓ ਵੀ 3 ਦਸ਼ਕ ਦੇ ਆਸ-ਪਾਸ ਹੋ ਗਏ ਹੈ, ਉਹ ਸੱਤਾ 'ਚ ਉੱਥੋਂ ਬਾਹਰ ਹੈ। ਔਰ ਪ੍ਰਿਯੰਕਾ ਗਾਂਧੀ ਪਿਛਲੇ ਲੰਬੇ ਸਮੇਂ ਤੋਂ ਲੈ ਲਓ 5-7 ਸਾਲ ਤੋਂ ਹੋ ਹੀ ਗਿਆ ਲਗਾਤਾਰ ਉਹ ਕੋਸ਼ਿਸ਼ ਕਰ ਰਹੇ ਕਿ ਉੱਥੇ ਪੈਠ ਬਣਾਈ ਜਾਏ ਆਪਣੀ, ਔਰ ਉਸ ਕੋਸ਼ਿਸ਼ਾਂ ਦੇ ਵਿੱਚ ਹੀ ਇੱਕ ਇਹ ਵੀ ਹੈ, ਕਿਉਂਕਿ ਜਿੰਨੀ ਅਗਰੈਸਿਵ ਪ੍ਰਿਯੰਕਾ ਗਾਂਧੀ ਉੱਥੇ ਹੋਈ ਹੈ, ਉਨੀ ਅਗਰੈਸ਼ਨ ਕਿਸੇ ਹੋਰ ਲੀਡਰ ਨੇ ਨਹੀਂ ਦਿਖਾਈ। ਤੁਸੀਂ ਲਗਾਤਾਰ ਦੇਖ ਹੀ ਰਹੇ ਹੋ, ਚਾਹੇ ਸਪਾ ਦੇ ਲੋਕ ਵੀ ਗਏ ਉੱਥੇ, ਜਾਂ ਬਸਪਾ ਦੇ ਲੋਕ ਵੀ ਜਾਣਾ ਚਾਹੁੰਦੇ ਆ, ਜਾਂ ਹੋਰ ਵੀ ਜਿੰਨੀਆਂ ਵੀ ਪਾਰਟੀਆਂ ਹੈਗੀਆਂ ਉਹ ਜਾਣਾ ਚਾਹੁੰਦੀਆਂ ਨੇ। ਓਪੋਜੀਸ਼ਨ ਤਾਂ ਹਮੇਸ਼ਾ ਹੀ ਕੋਸ਼ਿਸ਼ ਕਰਦੀ ਹੀ ਹੈ ਕਿ ਉਹ ਸੱਤਾ ਧਿਰ ਦੇ ਖਿਲਾਫ, ਮਤਲਬ ਅਗਰ ਉਹਨੂੰ ਇਹੋ ਜਿਹਾ ਮੌਕਾ ਮਿਲੇ ਤਾਂ ਉਹਦਾ ਉਹ ਫਾਇਦਾ ਉਠਾਏ ਔਰ ਉਹ ਜਾਏ, ਅਤੇ ਉਹ ਸਾਰੀ ਦਿਸ਼ਾ ਦੇ ਵਿੱਚ ਹੀ ਇਹ ਕੰਮ ਹੋ ਰਿਹਾ ਹੈ। ਅੱਜ ਰਾਹੁਲ ਗਾਂਧੀ ਨੇ ਉੱਥੇ ਕਿਹਾ ਕਿ ਉਹ ਜਾਣਗੇ, ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਜਾਣ ਦਿੱਤਾ ਜਾਏਗਾ, ਔਰ ਉਹਨਾਂ ਦੇ ਨਾਲ 2 ਚੀਫ ਮਿਨਿਸਟਰ ਵੀ ਜਾ ਰਹੇ ਨੇ, ਭੁਪੇਸ਼ ਬਘੇਲ ਵੀ ਜਾ ਰਹੇ ਹੈ ਛੱਤੀਸਗੜ੍ਹ ਵਾਲੇ, ਔਰ ਪੰਜਾਬ ਦੇ ਚੰਨੀ ਸਾਹਿਬ ਵੀ ਜਾ ਰਹੇ ਹੈ। ਆਲਦੋ ਕਿ ਇਹਨਾਂ ਨੇ ਇਹ ਕਿਹਾ ਹੈਗਾ, ਬਹੁਤ ਕਲੈਰਿਟੀ ਨਾਲ ਕਿਹਾ ਕਿ ਜੀ ਜਿਹੜਾ ਵੀ ਉੱਥੇ ਮਤਲਬ ਇਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜੀ ਉੱਥੇ ਜਿਹੜੀ 144 ਲੱਗੀ ਹੋਈ ਹੈ ਉਹਦਾ ਉਲੰਘਣ ਨਾ ਹੋਏ, ਅਸੀਂ 3 ਜਣੇ ਹੀ ਜਾਵਾਂਗੇ, ਉਹ 5 ਤੇ ਲੱਗਦੀ ਹੈ, ਅਸੀਂ 3 ਜਣੇ ਹੀ ਜਾਵਾਂਗੇ। ਤਾਂ ਮੈਨੂੰ ਨਹੀਂ ਲੱਗਦਾ ਵੀ ਸਰਕਾਰ ਉਹਨਾਂ ਨੂੰ ਜਾਣ ਦੇਗੀ, ਔਰ ਕਿਉਂਕਿ ਇਹਦਾ ਦੇਖੋ ਚਾਹੇ ਉਹ 3 ਹੀ ਜਾਣ, ਪਰ ਉਹਨਾਂ ਦਾ ਇੱਕ ਜਿਹੜਾ ਮਤਲਬ ਕੀ ਬੋਲਦੇ ਹੁੰਦੇ ਆ, ਉਹਦਾ ਪ੍ਰਭਾਵ ਜਿਹੜਾ ਹੈ ਉਹ ਬਹੁਤ ਵੱਡੇ ਸਕੇਲ 'ਤੇ ਹੋਏਗਾ। ਔਰ ਇਹ ਕਿਤੇ ਬੀਜੇਪੀ ਦੀ ਕੋਸ਼ਿਸ਼ ਇਹ ਰਹੇਗੀ ਕਿ ਉਹ ਇਸ ਤਰ੍ਹਾਂ ਦੇ ਪ੍ਰਭਾਵ ਨਾ ਦੇਣ, ਤਾਂ ਉਹਨਾਂ ਨੂੰ ਜਾਂ ਤਾਂ ਜਿਵੇਂ ਉਹ ਕਹਿ ਰਿਹਾ ਕਿ ਸਾਨੂੰ ਲਖਨਊ ਹੀ ਰੋਕ ਲਿਆ ਜਾਏਗਾ, ਜਿਵੇਂ ਕੱਲ੍ਹ ਭੁਪੇਸ਼ ਬਘੇਲ ਨੂੰ ਰੋਕਿਆ ਗਿਆ, ਉੱਥੇ ਹੀ ਉਹ ਆਲਰੇਡੀ ਉੱਥੇ ਹੀ ਬੈਠੇ ਹੋਏ ਆ, ਔਰ ਇਹ ਵੀ ਜਿਹੜੇ ਦੋਨੋਂ ਜਾਣਗੇ ਤਾਂ ਇਹਨਾਂ ਨੂੰ ਵੀ ਮੇਰੇ ਖਿਆਲ ਉੱਥੇ ਹੀ ਰੋਕ ਲੈਣਾ, ਅਤੇ ਜਾਣ ਨਹੀਂ ਦੇਣਾ ਇਹਨਾਂ ਨੇ, ਇਹ ਤਾਂ ਤੈਅ ਹੈ। ਤਾਂ ਪਰ ਮੈਨੂੰ ਇਹ ਲੱਗ ਰਿਹਾ ਵੀ ਇਹ ਵੀ ਕਿਤੇ ਕੋਈ ਬਹੁਤ ਹੀ ਅੱਛੀ ਗੱਲ ਨਹੀਂ ਹੈ ਕਿ ਤੁਸੀਂ ਕਿਸੇ, ਅੱਜ ਇੱਕ ਪਾਸੇ ਤੁਸੀਂ ਕਹੋ ਕਿ ਮੁਲਕ ਆਜ਼ਾਦ ਹੈ, ਸਾਰੇ ਬੰਦੇ ਜਿੱਥੇ ਮਰਜ਼ੀ ਜਾ ਸਕਦੇ ਆ, ਔਰ ਦੂਜੇ ਪਾਸੇ ਇਸ ਤਰ੍ਹਾਂ ਦਾ ਇੰਨੇ ਭਿਆਨਕ ਇਨਸੀਡੈਂਟਸ ਹੋ ਗਏ, ਔਰ ਤੁਸੀਂ ਜਿਹੜੇ ਲੋਕਾਂ ਨੂੰ ਉੱਥੇ ਜਾਣ ਵੀ ਨਹੀਂ ਦੇ ਰਹੇ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਮੈਨੂੰ ਲੱਗਦਾ ਕਿ ਆਪਾ ਵਿਰੋਧੀ ਚੀਜ਼ਾਂ ਨੇ, ਇਹ 'ਚ ਬਹੁਤੀ ਕਾਮਯਾਬੀ ਨਹੀਂ ਮਿਲੂਗੀ ਉਹਨਾਂ ਨੂੰ, ਕਿਉਂਕਿ ਹੁਣ ਇੰਟਰਨੈਟ ਮੀਡੀਆ, ਇਲੈਕਟ੍ਰੋਨਿਕ ਮੀਡੀਆ ਉਹ ਇੰਨਾ ਕੁ ਜ਼ਿਆਦਾ ਵੱਧ ਗਿਆ, ਉਹਦਾ ਪ੍ਰਭਾਵ ਇੰਨਾ ਜ਼ਿਆਦਾ ਹੈ ਕਿ ਹੁਣ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਤੁਸੀਂ ਮਤਲਬ ਦਬਾਇਆ ਨਹੀਂ ਜਾ ਸਕਦਾ। ਤੁਸੀਂ ਦੇਖ ਲਓ ਹੁਣ ਜਿਸ ਤਰ੍ਹਾਂ ਦਾ ਜਿਸ ਤਰੀਕੇ ਨਾਲ ਬਾਹਰ ਆ ਰਿਹਾ ਹੈ ਇਹ ਚੀਜ਼ਾਂ, ਤਾਂ ਉਹਦੇ ਨਾਲ ਤਾਂ ਤੁਹਾਡੀ ਬਦਨਾਮੀ ਜ਼ਿਆਦਾ ਹੋ ਰਹੀ ਹੈ।
ਚਾਹੀਦਾ ਤਾਂ ਤੁਹਾਨੂੰ ਇਹੀ ਸੀ ਕਿ ਪਹਿਲੇ ਦਿਨ ਹੀ ਤੁਸੀਂ ਉਹਨੂੰ ਰੋਕਦੇ, ਉਸੇ ਟਾਈਮ ਬੰਦੇ ਨੂੰ ਅਰੈਸਟ ਕਰਦੇ, ਉਹ ਤੋਂ ਪ੍ਰਧਾਨ ਮੰਤਰੀ ਵੀ ਉਹਨੂੰ ਤੁਰੰਤ ਬਰਖਾਸਤ ਕਰਦੇ, ਅਤੇ ਇਹ ਚੀਜ਼ਾਂ ਵੈਸੇ ਹੀ ਸਰਕਾਰ ਆਪ ਹੀ ਇਹਨੂੰ ਡਾਊਨ ਪਲੇ ਕਰ ਸਕਦੀ ਸੀ। ਲੇਕਿਨ ਇਹਨੂੰ ਰੋਕਣ ਨਾਲ ਤਾਂ ਸਗੋਂ ਜ਼ਿਆਦਾ ਭੜਕਾਹਟ 'ਚ ਆ ਗਈਆਂ। ਔਰ ਇਹ ਜਿਹੜੀਆਂ ਚੀਜ਼ਾਂ ਭੜਕ ਰਹੀਆਂ ਡੇ ਬਾਈ ਡੇ, ਤੁਸੀਂ ਦੇਖੋ ਕਿ ਕਿੰਨੀ ਫੋਰਸ ਲਗਾ ਕੇ ਉਹਨੂੰ ਦਬਾ ਤਾਂ ਲਿਆ, ਪਰ ਮੈਨੂੰ ਇਹ ਲੱਗ ਰਿਹਾ ਹੈ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਆਉਣ ਵਾਲੇ ਟਾਈਮ 'ਚ ਸਾਡੀ ਸੁਸਾਇਟੀ ਨੂੰ ਵਿਗਾੜ ਸਕਦੀਆਂ ਨੇ। ਇੰਨੀਆਂ ਜ਼ਿਆਦਾ ਹੋ ਰਹੀਆਂ ਨੇ ਕਿ ਲੋਕਾਂ ਨੂੰ ਜਿਸ ਤਰੀਕੇ ਨਾਲ ਦਬਾਇਆ ਜਾ ਰਿਹਾ ਹੈ, ਹੋ ਸਕਦਾ ਕਿ ਉਹ ਵੱਡੇ ਮਾਮਲਿਆਂ 'ਚ ਤਾਂ ਦਬ ਜਾਣ, ਕਿਉਂਕਿ ਫੋਰਸ ਵੀ ਉਨੀ ਜ਼ਿਆਦਾ ਲੱਗੀ ਹੁੰਦੀ ਹੈ, ਪਰ ਕਿਤੇ ਕੋਈ ਛੋਟਾ ਮਾਮਲਾ ਇੱਦਾਂ ਦਾ ਆ ਜੇ ਤਾਂ ਸਰਕਾਰ ਵੀ ਸੋਚੇ ਵੀ ਯਾਰ ਇਹ 'ਚ ਚੱਲ ਕੁਛ ਨਹੀਂ ਹੋਣਾ, ਪਰ ਉਹ ਭੜਕਾਹਟ 'ਚ ਲੋਕ ਜਿਹੜੇ ਗੁੱਸੇ 'ਚ ਦਬੇ ਬੈਠੇ ਹੈ, ਉਹ ਫਿਰ ਆਪਣਾ ਸਾਰਾ ਗੁੱਸਾ ਉਸ ਦਿਨ ਕੱਢ ਦੇਣ। ਤਾਂ ਮੈਨੂੰ ਲੱਗਦਾ ਵੀ ਉਹ ਨੁਕਸਾਨ ਜਿਹੜੇ ਹੈਗੇ ਉਹ ਜ਼ਿਆਦਾ ਹੋ ਸਕਦੇ ਆ ਵੱਡੇ। ਇਹਨੂੰ ਹੁਣ ਮੌਕਾ ਹੈ, ਇਹਨੂੰ ਹੁਣ ਐਮੀਕੇਬਲੀ ਜਿਹੜਾ ਹੈ ਉਹ ਸੌਰਟ ਆਊਟ ਕਰਨਾ ਚਾਹੀਦਾ। ਔਰ ਇਹ ਨਾ ਹੋਵੇ ਕਿ ਲਖੀਮਪੁਰ, ਦੇਖੋ ਪਹਿਲਾਂ ਜਿਹੜਾ ਘਰੌਂਡਾ ਵਾਲਾ ਕਾਂਡ ਹੋਇਆ ਸੀ, ਕਰਨਾਲ ਵਾਲਾ, ਉਸ ਤੋਂ ਇਹ ਜ਼ਿਆਦਾ ਬੜਾ ਹੋਇਆ। ਹਾਂਜੀ। ਔਰ ਇਸ ਤੋਂ ਕੀ ਹੋਰ ਵੱਡਾ ਹੋਏਗਾ ਇਹ ਆਪਾਂ ਨੂੰ ਹਜੇ ਨਹੀਂ ਪਤਾ, ਪਰ ਅਸੀਂ ਇਹਨਾਂ ਚੀਜ਼ਾਂ ਤੋਂ ਅੰਦਾਜ਼ਾ ਇਹ ਜ਼ਰੂਰ ਲਗਾ ਸਕਦੇ ਹਾਂ ਕਿ ਇਹ ਚੀਜ਼ਾਂ ਉਸ ਵੱਡੇ ਨੁਕਸਾਨ ਵੱਲ ਜਾ ਰਹੀਆਂ ਨੇ। ਸਾਨੂੰ ਇਹ ਰੋਕਣਾ ਚਾਹੀਦਾ। ਔਰ ਕਿਉਂਕਿ ਜ਼ਿਆਦਾਤਰ ਸਟੇਟਾਂ ਦੇ ਵਿੱਚ ਵੀ ਔਰ ਸੈਂਟਰ ਦੇ ਵਿੱਚ ਵੀ ਸਰਕਾਰ ਬੀਜੇਪੀ ਦੀ ਹੈ, ਔਰ ਬੀਜੇਪੀ ਨੂੰ ਹੀ ਇਹ ਪਹਿਲੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕਿਸ ਤਰ੍ਹਾਂ ਇਹਨੂੰ ਹੱਲ ਕਰੇ। ਇਹ ਨਾ ਹੋਏ ਕਿ ਪਹਿਲਾਂ ਜੋ ਪੰਜਾਬ ਦੇ ਵਿੱਚ ਹੋਈ ਜਾ ਰਹੀਆਂ ਸੀ ਘਟਨਾਵਾਂ, ਫਿਰ ਹਰਿਆਣਾ ਉਹਨਾਂ ਨੇ ਲੈ ਲਿਆ, ਯੂਪੀ ਲੈ ਲਿਆ, ਹੁਣ ਯੂਪੀ ਤੋਂ ਕਿੱਥੇ ਹੋਰ ਵਧੇਗੀ, ਇਹਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ, ਇਹਨੂੰ ਹੱਲ ਕਰਨ ਵਾਲੇ ਪਾਸੇ ਨੂੰ ਤੁਰਨਾ ਚਾਹੀਦਾ। ਸਰ, ਆਪਣਾ ਜੋ ਕਿਸਾਨ ਅੰਦੋਲਨ ਚੱਲ ਰਿਹਾ, ਇਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਇੱਕ ਟਿੱਪਣੀ ਕੀਤੀ ਸੀ, ਆਪਣਾ ਕੇਂਦਰ ਸਰਕਾਰ ਨੂੰ ਕਿਹਾ ਸੀ ਕਿ ਆਪਣਾ ਜੋ ਲੋਕ ਨੇ ਉਹ ਪੱਕੇ ਤੌਰ ਉੱਤੇ ਰਸਤਿਆਂ ਨੂੰ ਬੰਦ ਨਹੀਂ ਕਰ ਸਕਦੇ, ਅਤੇ ਬਾਕੀ ਸਰਕਾਰ ਜਾਣੇ ਕਿ ਉਹਨਾਂ ਨੇ ਕਿਵੇਂ ਇਸ ਮਸਲੇ ਦਾ ਹੱਲ ਕੱਢਣਾ ਅਤੇ ਕਿਵੇਂ ਉਹਨਾਂ ਨੇ ਰਸਤੇ ਖਾਲੀ ਕਰਵਾਉਣੇ ਨੇ। ਅਤੇ ਹੁਣ ਇਸੇ ਚੀਜ਼ ਨੂੰ ਲੈ ਕੇ ਆਪਣਾ ਜੋ ਕਿਸਾਨ ਯੂਨੀਅਨ ਦਾ ਆਪਣਾ ਜੋ ਕਿਸਾਨ ਮੋਰਚੇ ਦਾ ਪੈਨਲ ਹੈ, ਕਾਨੂੰਨ ਪੈਨਲ, ਉਹਨਾਂ ਨੇ ਉਹਨਾਂ ਦੇ ਆਪਣਾ ਨੋਟਿਸ ਲਿਆ ਅਤੇ ਉਹਨਾਂ ਕਿਹਾ ਕਿ ਸੁਪਰੀਮ ਕੋਰਟ ਹੀ ਇਹਨਾਂ ਕਾਨੂੰਨਾਂ ਨੂੰ ਰੱਦ ਕਰੇ। ਤਾਂ ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ? ਦੇਖੋ, ਇਹਦੇ ਵਿੱਚ ਇੱਕ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ, ਚਾਹੇ ਸੁਪਰੀਮ ਕੋਰਟ ਕਹੇ, ਚਾਹੇ ਸਰਕਾਰਾਂ ਕਹਿਣ, ਚਾਹੇ ਕੋਈ ਹੋਰ ਕਹੇ, ਕਿਸਾਨ ਉੱਥੇ ਜਿਹੜੇ ਬੈਠੇ ਆ ਉਹ ਕੋਈ ਪਿਕਨਿਕ ਨਹੀਂ ਮਨਾ ਰਹੇ। ਇਹ ਸੁਪਰੀਮ ਕੋਰਟ ਦੇ ਜੱਜਾਂ ਨੂੰ ਵੀ ਆਪਣੇ ਦਿਮਾਗ 'ਚੋਂ ਗੱਲ ਕੱਢ ਦੇਣੀ ਚਾਹੀਦੀ ਹੈ। ਕਿਉਂ ਕੋਈ ਉੱਥੇ ਪਿਕਨਿਕ ਮਨਾਉਣ ਬੈਠੇ ਹੈ? ਕੀ ਉਹਨਾਂ ਨੂੰ ਨਹੀਂ ਦਿਖ ਰਿਹਾ ਵੀ ਪਿਛਲੇ 1 ਸਾਲ ਤੋਂ ਉਹ ਉੱਥੇ ਬੈਠੇ ਹੈ? ਨਵੰਬਰ ਦੇ ਵਿੱਚ, ਹੁਣ ਅਕਤੂਬਰ ਆ ਗਿਆ, ਨਵੰਬਰ ਦੇ ਵਿੱਚ ਉਹਨਾਂ ਨੂੰ ਪੂਰੇ 1 ਸਾਲ ਹੋ ਜਾਏਗਾ ਉੱਥੇ ਨੂੰ ਬੈਠੇ ਨੂੰ। ਪੂਰੀ ਸਰਦੀ, ਪੂਰੀ ਗਰਮੀ, ਪੂਰੀਆਂ ਬਾਰਿਸ਼ਾਂ, ਕਿੰਨੇ ਤਰ੍ਹਾਂ ਦੇ ਦੁੱਖ ਉਹਨਾਂ ਨੇ ਉੱਥੇ ਬੈਠ ਕੇ ਝੇਲੇ ਆ। ਸਰਕਾਰ ਨੂੰ ਇਸ ਗੱਲ ਦੇ ਉੱਤੇ ਕਹਿਣ ਦੀ ਬਜਾਏ, ਆਰਡਰ ਕਰਨ ਦੀ ਬਜਾਏ ਕਿ ਤੁਸੀਂ ਯਾਰ ਮਸਲਾ ਹੱਲ ਕਰੋ, ਉਹ ਕਿਸਾਨਾਂ ਨੂੰ ਮੱਤਾਂ ਦੇ ਰਹੇ ਆ। ਤਾਂ ਕੀ ਕਿਸਾਨ ਕਦੋਂ ਕਹਿ ਰਿਹਾ ਵੀ ਅਸੀਂ ਉੱਥੇ ਬੈਠਣ ਦੇ ਸ਼ੌਕੀਨ ਆ? ਅਸੀਂ ਸ਼ੌਕ ਨਾਲ ਥੋੜ੍ਹੀ ਉੱਥੇ ਬੈਠੇ ਹਾਂ। ਖੁੱਲ੍ਹੇ ਆਕਾਸ਼ ਥੱਲੇ ਬੈਠੇ ਆ ਉਹ। ਤੁਸੀਂ ਕਹੋ ਵੀ ਭਾਈ ਯਾਰ ਇਹ ਕਿਉਂ ਬੈਠੇ ਨੇ, ਫਟਾਫਟ ਮਸਲਾ ਹੱਲ ਕਰੋ ਔਰ ਸਾਨੂੰ ਅਗਲੇ ਮਹੀਨੇ ਦੇ ਵਿੱਚ ਰਿਪੋਰਟ ਦਿਓ। ਫਿਰ ਤਾਂ ਕਹੀਏ ਵੀ ਹਾਂ ਯਾਰ ਸੁਪਰੀਮ ਕੋਰਟ ਜਿਹੜਾ ਹੈ ਇਹ ਮਤਲਬ ਹੱਲ ਕਰਨਾ ਚਾਹੁੰਦੀ ਹੈ। ਦੂਸਰੀ ਗੱਲ, ਸੁਪਰੀਮ ਕੋਰਟ ਨੇ ਖੁਦ ਨੇ ਇੱਕ ਕਮੇਟੀ ਬਣਾਤੀ 3 ਮੈਂਬਰਾਂ ਦੀ, 4 ਮੈਂਬਰਾਂ ਦੀ ਕਮੇਟੀ ਬਣਾਈ। ਉਹ 'ਚ ਚਲੋ 1 ਮੈਂਬਰ ਮਤਲਬ ਨਹੀਂ ਗਏ, ਭੁਪਿੰਦਰ ਸਿੰਘ ਮਾਨ ਹੋਣੀ, ਬਾਕੀ ਤਾਂ 3 ਮੈਂਬਰਾਂ ਨੇ ਗੱਲਾਂ ਬਾਤਾਂ ਕੀਤੀਆਂ ਸਾਰਿਆਂ ਨਾਲ। ਉਹਨਾਂ ਨੇ ਇੱਕ ਰਿਪੋਰਟ ਵੀ ਸੁਪਰੀਮ ਕੋਰਟ ਨੂੰ ਦਿੱਤੀ। ਉਹ ਸੁਪਰੀਮ ਕੋਰਟ ਦੀ ਰਿਪੋਰਟ ਦਿੱਤੇ ਨੂੰ ਵੀ 6 ਮਹੀਨੇ ਹੋ ਚੁੱਕੇ ਆ, 7 ਮਹੀਨੇ ਹੋਣ ਵਾਲੇ ਹੋ ਗਏ ਆ। ਉਸ ਰਿਪੋਰਟ ਦਾ ਸੁਪਰੀਮ ਕੋਰਟ ਨੇ ਕੀ ਕੀਤਾ ਹੈ? ਇਹ ਤਾਂ ਸੁਪਰੀਮ ਕੋਰਟ ਨੇ ਹੀ ਕਰਨਾ ਸੀ ਨਾ, ਰਿਪੋਰਟ ਖੋਲ੍ਹ ਦੇ, ਉਹਦੇ ਵਿੱਚ ਕਹਿੰਦੇ ਵੀ ਆਹ ਗੱਲਾਂ ਨੇ। ਅਸੀਂ ਮੋਰਚੇ ਵਾਲਿਆਂ ਨੂੰ ਕਹਿ ਰਹੇ ਹਾਂ ਵੀ ਆਹ ਰਿਪੋਰਟ ਤੁਸੀਂ ਦੇਖੋ, ਕੀ ਇਹ ਤੁਹਾਨੂੰ ਪਸੰਦ ਹੈ? ਜੇ ਤੁਹਾਨੂੰ ਪਸੰਦ ਨਹੀਂ ਤਾਂ ਕੀ ਚੀਜ਼ਾਂ ਤੁਹਾਨੂੰ ਪਸੰਦ ਨਹੀਂ, ਸਾਨੂੰ ਦੱਸੋ, ਅਸੀਂ ਉਸ 'ਤੇ ਹੱਲ ਕਰ। ਸੁਪਰੀਮ ਕੋਰਟ ਤਾਂ ਉਸ 'ਚ ਤਾਂ ਕੰਮ ਕਰਦੀ, ਤਾਂ ਸਮਝ ਆਉਂਦੀ ਵੀ ਹਾਂ ਯਾਰ ਸੁਪਰੀਮ ਕੋਰਟ ਬੜੀ ਗੰਭੀਰ ਹੈ ਇਸ ਇਸ਼ੂ ਦੇ ਉੱਤੇ। ਲੇਕਿਨ ਉਹ ਖੁਦ ਤਾਂ ਕੋਈ ਵੀ ਇਹੋ ਜਿਹੀ ਕੋਸ਼ਿਸ਼ ਨਹੀਂ ਕਰ ਰਹੇ। ਉਹ ਕਿਸਾਨਾਂ ਨੂੰ ਕਹੀ ਜਾ ਰਿਹਾ ਵੀ ਤੁਸੀਂ ਸਾਡੇ ਕੋਲੇ ਆਏ ਹੋ, ਸਾਨੂੰ ਤੁਸੀਂ ਕਿਹਾ ਵੀ ਇਹ ਕਾਨੂੰਨ ਲਾਗੂ ਨਹੀਂ ਹੋਣੇ ਚਾਹੀਦੇ, ਅਸੀਂ ਉਹਨਾਂ 'ਤੇ ਰੋਕ ਲਗਾਤੀ ਹੈ, ਤੁਸੀਂ ਪ੍ਰਦਰਸ਼ਨ ਕਿਉਂ ਕਰ ਰਹੇ ਹੋ? ਗੱਲ ਰੋਕ ਲਗਾਉਣ ਦੀ ਨਹੀਂ ਹੈ, ਗੱਲ ਉਹਨਾਂ ਮਸਲਿਆਂ ਦੇ ਹੱਲ ਦੀ ਹੈ। ਹੱਲ ਕੀ ਹੈ?
ਰੋਕ ਲਗਾਉਣਾ ਤਾਂ ਕੋਈ ਹੱਲ ਨਹੀਂ ਹੈ। ਕੱਲ ਤੁਸੀਂ ਰੋਕ ਹਟਾ ਲਓ ਤਾਂ ਫਿਰ ਉੱਥੇ ਹੀ ਨੇ। ਫਿਰ ਕੀ ਮੋਮੈਂਟਮ ਇਹੋ ਜਿਹਾ ਬਣੇਗਾ ਜਿਹਦੇ ਉੱਤੇ ਉਹਨਾਂ ਨੇ ਹੁਣ ਇੰਨੇ ਚਿਰ ਲਗਾ ਕੇ, ਇੰਨੇ ਮਹੀਨੇ ਲਗਾ ਕੇ, ਇੰਨੀਆਂ ਸੈਮੀਨਾਰਸ, ਜਿਹੜੇ ਆਹ ਮੀਟਿੰਗਾਂ ਸਭ ਕੁਝ ਹੋਈਆਂ, ਉੱਥੇ ਜਾ ਕੇ ਇਹ ਮੋਰਚਾ ਉੱਥੇ ਬਣਾਇਆ ਹੈਗਾ। ਕੀ ਉਹ ਦੁਬਾਰਾ ਬਣ ਸਕੇਗਾ? ਉੱਥੇ ਨਹੀਂ ਬਣ ਸਕੇਗਾ ਨਾ। ਤਾਂ ਕਿਸਾਨਾਂ ਨੂੰ ਇਸ ਤਰ੍ਹਾਂ ਦੀ ਮੱਤ ਦੇਣ ਦੀ ਬਜਾਏ ਮੈਨੂੰ ਲੱਗਦਾ ਕਿ ਸੁਪਰੀਮ ਕੋਰਟ ਨੂੰ, ਸਰਕਾਰ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਸਾਨੂੰ ਦੱਸੋ ਵੀ ਤੁਸੀਂ ਕਿੰਨੀਆਂ ਮੀਟਿੰਗਾਂ ਕੀਤੀਆਂ। ਉਹ ਮੀਟਿੰਗਾਂ ਸਾਰੀਆਂ ਜਿਹੜੀਆਂ ਹੈਗੀਆਂ ਨੇ ਉਹਦੀ ਵੀਡੀਓਗ੍ਰਾਫੀ ਬਣਾਓ ਔਰ ਸਾਰੀਆਂ ਲੋਕਾਂ ਦੇ ਵਿੱਚ ਰਿਲੀਜ਼ ਕਰੋ, ਤਾਂ ਕਿ ਲੋਕਾਂ ਨੂੰ ਵੀ ਤਾਂ ਪਤਾ ਚੱਲੇ ਕਿ ਯਾਰ ਉਹ 'ਚ ਅੰਦਰ ਤੁਸੀਂ ਬੈਠੇ ਕਰ ਕੀ ਰਹੇ ਹੋ। ਜਦੋਂ ਤੁਸੀਂ ਕਿਸਾਨਾਂ ਨਾਲ ਗੱਲ ਕਰਦੇ ਹੋ ਤਾਂ ਕਿਸਾਨ ਕਹਿਣਗੇ ਵੀ ਅਸੀਂ ਇੱਕ ਮੱਦ ਦੇ ਉੱਤੇ, ਤਿੰਨੋਂ ਕਾਨੂੰਨਾਂ ਦੀ ਇੱਕ ਮੱਦ ਦੇ ਉੱਤੇ ਸਰਕਾਰ ਨੂੰ ਇਸ ਗੱਲ ਲਈ ਮਜਬੂਰ ਕਰਤਾ ਕਿ ਉਹ ਮੰਨ ਗਈ ਹੈ ਕਿ ਹਾਂ ਇਹ ਸਾਡੇ ਤੋਂ ਇਸ ਲਾਅ ਦੇ ਵਿੱਚ ਇਹ ਗਲਤ ਨੇ, ਅਸੀਂ ਇਹਨੂੰ ਠੀਕ ਕਰ ਸਕਦੇ ਹਾਂ। ਪਰ ਜਦੋਂ ਤੁਸੀਂ ਸਰਕਾਰ ਨੂੰ ਕਹੋ ਤਾਂ ਉਹ ਕਹਿਣਗੇ ਜੀ ਹਜੇ ਤੱਕ ਕਿਸਾਨ ਸਾਨੂੰ ਇਹ ਨਹੀਂ ਦੱਸ ਸਕੇ ਵੀ ਇਹਦੇ 'ਚ ਗਲਤ ਕੀ ਹੈ। ਤਾਂ ਇਹ ਹੱਲ ਕਿਵੇਂ ਹੋਊਗਾ? ਇਹਦਾ ਤਾਂ ਇੱਕੋ ਹੀ ਤਰੀਕਾ ਹੈ, ਤੁਸੀਂ ਉਹਦੀ ਟੀਵੀ ਡਿਬੇਟ ਖੁੱਲ੍ਹ ਕੇ ਕਰਾ ਦਿਓ, ਹੁਣ ਕੋਈ ਲਾਈਵ ਚੱਲੇਗਾ ਜੀ, ਤਾਂ ਸਭ ਨੂੰ, ਲੋਕਾਂ ਨੂੰ ਪਤਾ ਚੱਲ ਜਾਣਾ ਵੀ ਕਿੱਥੇ ਗਲਤ ਹੈ, ਕਿੱਥੇ ਠੀਕ ਹੈ, ਔਰ ਉਹਦੇ ਵਿੱਚ ਤੁਸੀਂ ਉਸ ਹਿਸਾਬ ਨਾਲ ਕੋਈ ਫੈਸਲਾ ਲਓ। ਜਿਹੜੀ ਤੁਹਾਡੇ ਕੋਲ ਰਿਪੋਰਟ ਆ ਚੁੱਕੀ ਹੈ ਤੁਸੀਂ ਉਸ ਦੇ ਉੱਤੇ ਕੋਈ ਹੱਲ ਕਰੋ। ਮਤਲਬ ਹੱਲ ਕੁਛ ਨਹੀਂ ਕਰਨਾ, ਬਲੇਮ ਗੇਮ ਹੈ ਇੱਕ ਦੂਜੇ ਦੇ ਉੱਤੇ ਪਾਈ ਜਾਣੀ ਹੈ। ਸੁਪਰੀਮ ਕੋਰਟ ਨੇ ਕਿਸਾਨਾਂ ਦੇ ਉੱਤੇ ਪਾਤੀ ਹੈ, ਕਿਸਾਨਾਂ ਨੇ ਸਰਕਾਰ ਦੇ ਉੱਪਰ ਪਾਤੀ ਹੈ, ਸਰਕਾਰ ਜਿਹੜੀ ਹੈ ਉਹ ਕਿਸਾਨਾਂ ਦੇ ਉੱਤੇ ਪਾਈ ਜਾ ਰਹੀ ਹੈ। ਮਤਲਬ ਇਹ ਇੱਕ ਦੂਜੇ ਦੇ ਉੱਪਰ ਪਾ ਕੇ ਟਾਈਮ ਟਪਾਈ ਜਾ ਰਹੇ ਆ, ਪਰੇਸ਼ਾਨ। ਠੀਕ ਹੈ ਕਿ ਲੋਕ ਕਿਸਾਨਾਂ ਦੇ ਉੱਥੇ ਬਹਿਣ ਨਾਲ ਲੋਕਾਂ ਨੂੰ ਵੀ ਪਰੇਸ਼ਾਨੀ ਹੋ ਰਹੀ ਹੈ, ਲੋਕਾਂ ਦੇ ਰਾਹ ਰੁਕੇ ਹੋਏ ਹੈ, ਪ੍ਰੋਪਰਲੀ ਉੱਦਾਂ ਉਹ ਨਹੀਂ ਜਾ ਸਕਦੇ, ਇਹ ਸਾਰੀ ਚੀਜ਼ਾਂ ਠੀਕ ਨੇ। ਪਰ ਇਹਦੇ ਨਾਲ ਨਾਲ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਜਿਹੜੀਆਂ ਇਹ ਚੀਜ਼ਾਂ ਨੇ ਇਹ ਕਿਸਾਨ ਕੋਈ ਸ਼ੌਕ ਵਜੋਂ ਨਹੀਂ ਕਰ ਰਹੇ, ਉਹ ਮਜਬੂਰੀ ਵਜੋਂ ਕਰ ਰਹੇ ਹੈ, ਤੇ ਉਹਨਾਂ ਦੀ ਮਜਬੂਰੀ ਨੂੰ ਸਮਝਣਾ ਚਾਹੀਦਾ। ਹਾਂਜੀ ਸਰ। ਤੇ ਸਰ ਅੱਜ ਆਪਣੇ ਪੰਜਾਬ ਦੀ ਗੱਲ ਕਰੀਏ ਤਾਂ ਜੋ ਆਪਣੀ ਨਰਮਾ ਬੈਲਟ ਹੈ ਉੱਥੇ ਕਾਫੀ ਨੁਕਸਾਨ ਹੋਇਆ ਆਪਣਾ ਗੁਲਾਬੀ ਸੁੰਡੀ ਦੇ ਕਾਰਨ ਨਰਮੇ ਦਾ, ਤਾਂ ਉਸੇ ਮੁੱਦੇ ਨੂੰ ਲੈ ਕੇ ਹੁਣ ਕਿਸਾਨਾਂ ਵੱਲੋਂ ਆਪਣਾ ਘਿਰਾਓ ਸ਼ੁਰੂ ਕਰ ਦਿੱਤਾ ਗਿਆ ਮਨਪ੍ਰੀਤ ਸਿੰਘ ਬਾਦਲ ਦੇ ਘਰ ਦੇ ਬਾਹਰ। ਤਾਂ ਉਹ ਅਣਮਿੱਥੇ ਸਮੇਂ ਲਈ ਸ਼ੁਰੂ ਕੀਤਾ ਗਿਆ। ਉਹਨਾਂ ਦੀ ਮੰਗ ਹੈ ਕਿ ਸਾਨੂੰ ਮੁਆਵਜ਼ਾ ਦਿੱਤਾ ਜਾਵੇ, ਜਾਂ ਜੋ ਨਕਲੀ ਦਵਾਈਆਂ ਵਗੈਰਾ ਬਣਾਉਣ ਵਾਲੀਆਂ ਕੰਪਨੀਆਂ ਨੇ ਉਹਨਾਂ ਦੇ ਖਿਲਾਫ ਕੁਝ ਮੁਕੱਦਮਾ ਕੀਤਾ ਜਾਵੇ। ਤਾਂ ਤੁਸੀਂ ਮਤਲਬ ਇਸ ਬਾਰੇ ਆਪਣੇ ਵਿਚਾਰ ਕੀ ਦਿਓਗੇ? ਦੇਖੋ, ਇਹਦੇ ਵਿੱਚ ਮੈਨੂੰ ਇੱਕ ਚੀਜ਼ ਇਹ ਲੱਗ ਰਹੀ ਹੈ, ਪਤਾ ਨਹੀਂ ਕਿ ਇਹ ਕੋਇਨਸੀਡੈਂਸ ਹੈ ਜਾਂ ਪਲੈਨਡ ਹੈ, ਇਹ ਮੈਨੂੰ ਨਹੀਂ ਹਜੇ ਤੱਕ, ਕਿਉਂਕਿ ਮੈਂ ਇਹਦੀ ਤਹਿ ਤੱਕ ਹਜੇ ਨਹੀਂ ਜਾ ਸਕਿਆ, ਕਿਉਂਕਿ ਹਜੇ ਤੱਕ ਆਪਾਂ ਨਹੀਂ ਗਏ, ਤਾਂ ਆਪਾਂ ਇਹਨੂੰ ਕੋਇਨਸੀਡੈਂਸ ਹੀ ਕਹਿ ਸਕਦੇ ਹਾਂ ਕਿ 2017 ਦੇ ਇਲੈਕਸ਼ਨ ਤੋਂ ਠੀਕ ਪਹਿਲਾਂ ਚਿੱਟੀ ਮੱਖੀ ਆ ਗਈ, ਸਾਲ ਕੁ ਪਹਿਲਾਂ, ਤਾਂ ਕਿਸਾਨਾਂ ਦੀ ਤਬਾਹੀ ਹੋ ਗਈ। ਹੁਣ ਬਿਲਕੁਲ ਠੀਕ ਪਹਿਲਾਂ ਗੁਲਾਬੀ ਸੁੰਡੀ ਆ ਗਈ, ਤਾਂ ਕਾਟਨ ਬੈਲਟ ਦੀ ਤਬਾਹੀ ਹੋ ਗਈ। ਕੀ ਇਹਨਾਂ ਦੋਨਾਂ ਦਾ ਆਪਸ 'ਚ ਕੋਈ ਲਿੰਕ ਹੈ? ਇਲੈਕਸ਼ਨ ਨੂੰ ਲੈ ਕੇ ਕੋਈ ਲਿੰਕ ਹੈ? ਇੱਕ ਤਾਂ ਇਹ ਸਾਨੂੰ ਸਮਝਣਾ ਪਊਗਾ। ਦੂਜਾ, ਹਜੇ ਤੱਕ ਜੋ ਚੀਜ਼ਾਂ ਚੱਲੀਆਂ ਨੇ ਬਿਲਕੁਲ ਠੀਕ ਹੈ। ਮੈਂ ਕੱਲ੍ਹ ਹਰਿਆਣਾ ਦੇ ਵੀ ਫਾਰਮਰਸ ਨਾਲ ਗੱਲ ਕਰ ਰਿਹਾ ਸੀ, ਪੰਜਾਬ ਦੇ ਵੀ ਫਾਰਮਰਸ ਨਾਲ ਵੀ ਗੱਲ ਕੀਤੀ ਹੈ। ਪੰਜਾਬ 'ਚ 50% ਲੱਗਦਾ ਏਰੀਆ ਜਿਹੜਾ ਹੈਗਾ ਕਾਟਨ ਬੈਲਟ ਦੇ ਅਧੀਨ ਜਿਹੜਾ ਹੈਗਾ, ਉਹ ਟੋਟਲੀ ਸੁੰਡੀ ਨੇ ਲਗਭਗ ਖਤਮ ਕਰਤਾ ਹੈ, ਜਾਂ ਬਹੁਤ ਥੋੜ੍ਹਾ ਜਿਹਾ ਜਿਹੜਾ ਹੈਗਾ ਉਹ ਰਹਿ ਗਿਆ ਹਜੇ ਤੱਕ। ਮਤਲਬ ਉਹਦੇ ਉੱਤੇ ਮਤਲਬ ਉਹ ਕਹਿ ਰਹੇ ਜੀ ਦਵਾਈ ਛਿੜਕਣੀਆਂ, ਮਾਰਕਫੈਡ ਖਰੀਦੇਗਾ। ਇਸ ਆਰਡਰ ਦਿੱਤੇ ਹੋਏ ਨੂੰ ਵੀ ਲਗਭਗ 10 ਦਿਨ ਹੋ ਗਏ। ਹਜੇ ਤੱਕ ਕਿਸਾਨਾਂ ਕੋਲ ਪਹੁੰਚੀ ਹੈ, ਕਿੰਨੀ ਪਹੁੰਚੀ ਹੈ ਉਹਦੇ ਬਾਰੇ ਨਹੀਂ ਪਤਾ, ਕਿਉਂਕਿ ਅਗਰ ਉਹ ਬੈਠ ਗਿਆ ਤਾਂ ਉਹ ਹੁਣ ਉੱਠਣਗੇ ਤਾਂ ਨਹੀਂ। ਉਹਦਾ ਕਾਰਨ ਇਹ ਹੈ ਕਿ ਜਿਹੜਾ ਸਰਕਾਰ ਦਾ ਨਿਯਮ ਹੈ ਉਹ ਇਹ ਕਹਿੰਦਾ ਹੈ ਵੀ ਅਸੀਂ ਜੇ ਫੁੱਲ ਮਤਲਬ ਤਬਾਹ ਹੋ ਗਈ ਫਸਲ, ਮਤਲਬ 100% ਤਬਾਹ ਹੋ ਗਈ, ਤਾਂ ਅਸੀਂ 12,000 ਰੁਪਏ ਦੇਵਾਂਗੇ। ਹੁਣ ਇਸ ਤੋਂ ਆਪਾਂ ਇਹ ਕਰੀਏ ਕਿ ਜੇ 12,000 ਮਿਲੂਗਾ ਤਾਂ ਕੀ ਕਿਸਾਨਾਂ ਦਾ ਘਰ ਪੂਰਾ ਹੋ ਜਾਊਗਾ? 12,000 ਨਾਲ ਕਿਵੇਂ ਪੂਰੂਗਾ? ਤਾਂ ਇਹ ਜਿਹੜੀ ਚੀਜ਼ ਹੈ ਕਿਸਾਨ ਦਾ ਨੁਕਸਾਨ, ਉਹ ਜਿਹੜੀ ਕਾਟਨ ਬੈਲਟ ਹੈ, ਜੇ ਤੁਸੀਂ ਉਹਦਾ ਅੰਦਾਜ਼ਾ ਲਗਾਓਗੇ ਤਾਂ ਉੱਥੇ ਠੇਕੇ 'ਤੇ ਲਿੱਤੀਆਂ ਹੋਈਆਂ ਜ਼ਮੀਨਾਂ ਦੇ ਰੇਟ ਵੀ 60,000 ਤੋਂ ਉੱਪਰ ਨੇ। ਯਾਨੀ ਕਿ ਅੱਜ ਦੀ ਡੇਟ ਦੇ ਵਿੱਚ ਔਰ ਉਹ ਟੋਟਲ ਇਸੇ ਕਾਟਨ 'ਤੇ ਹੀ ਡਿਪੈਂਡੈਂਟ ਹੁੰਦੇ ਨੇ, ਕਿਉਂਕਿ ਕਣਕ ਤਾਂ ਸਾਰੀ 35, 36 ਜਾਂ 40,000 ਤੋਂ ਮੈਕਸਿਮਮ ਉੱਪਰ ਤਾਂ ਜਾਂਦੀ ਨਹੀਂ ਕਦੀ, ਇਹਦੇ ਆਸ-ਪਾਸ ਰਹਿੰਦੀ ਹੈ। ਤਾਂ ਇਹਦਾ ਮਤਲਬ ਹੈ ਕਿ ਉਹ
ਜੇ ਅਗਰ 60,000 ਰੁਪਏ ਉਹਦਾ ਦੇ ਰਹੇ ਨੇ ਤਾਂ ਉਹਦੀ ਜ਼ਿਆਦਾ ਆਸ ਹੁੰਦੀ ਹੈ ਕਾਟਨ ਤੋਂ। ਤੇ ਜੇ ਹੁਣ ਤੁਸੀਂ ਦੇਖੋ ਵੀ ਕਾਟਨ ਤਬਾਹ ਹੋ ਗਈ ਹੈ, ਜਿਹੜੇ ਬੰਦਿਆਂ ਨੇ 60 65 ਹਜ਼ਾਰ ਰੁਪਏ ਤੇ ਠੇਕੇ ਤੇ ਲੈ ਕੇ ਉਹਦੀ ਕੀਤੀ ਹੈ ਖੇਤੀ, ਉਹ ਕਿਵੇਂ ਪੂਰਾ ਕਰਨਗੇ? 12,000 ਨਾਲ ਤਾਂ ਪੂਰਾ ਨਹੀਂ ਹੋਣਾ, ਉਹਨਾਂ ਦਾ ਤਾਂ ਠੇਕਾ ਵੀ ਪੂਰਾ ਨਹੀਂ ਹੋਇਆ। ਤਾਂ ਜਦੋਂ ਪੂਰਾ ਨਹੀਂ ਹੋਏਗਾ ਤਾਂ ਉਹ ਫਾਰਮਰ ਕੋਲੇ ਕੀ ਆਪਸ਼ਨਸ ਨੇ? ਦੋ ਆਪਸ਼ਨਸ ਰਹਿੰਦੀਆਂ ਨੇ। ਇੱਕ ਤਾਂ ਉਸ ਧਰਨੇ ਮੁਜ਼ਾਹਰੇ ਪ੍ਰਦਰਸ਼ਨ ਕਰਕੇ ਸਰਕਾਰ ਦੇ ਉੱਤੇ ਦਬਾਅ ਬਣਾਏ ਤੇ ਇੰਨਾ ਕੁ ਮਤਲਬ ਕਹਿ ਲਓ ਕਿ ਉਹਨਾਂ ਨੂੰ ਮੁਆਵਜ਼ਾ ਮਿਲੇ ਕਿ ਉਹਦਾ ਘਾਟਾ ਪੂਰਾ ਹੋ ਜਾਏ। ਇੱਕ ਹੈ ਉਹ ਸੁਸਾਈਡ ਕਰ ਲੇ, ਦੋ ਹੀ ਹੈ। ਔਰ ਮੈਨੂੰ ਇਹ ਲੱਗਦਾ ਕਿ ਕਿਸਾਨ ਜਿਹੜੇ 5-6 ਕਿਸਾਨਾਂ ਨੇ ਸੁਸਾਈਡ ਕੀਤਾ ਹੈ, ਉਹ ਕਦਮ ਤਾਂ ਚੁੱਕਣੇ ਸ਼ੁਰੂ ਕਰਤੇ ਲੋਕਾਂ ਨੇ, ਪਰ ਜਿਹੜੇ ਹਿੰਮਤੀ ਨੇ ਥੋੜ੍ਹੇ ਕਿਸਾਨ, ਉਹਨਾਂ ਨੇ ਆਹ ਰਸਤਾ ਅਪਣਾਇਆ ਜਿਹੜਾ ਤੁਸੀਂ ਕਿਹਾ ਕਿ ਵੀ ਜੀ ਉਹਨਾਂ ਨੇ ਚੀਫ ਫਾਈਨਾਂਸ ਮਿਨਿਸਟਰ ਦੇ ਘਰ ਦੇ ਅੱਗੇ ਧਰਨਾ ਲਗਾਤਾ ਅਣਮਿੱਥੇ ਸਮੇਂ ਲਈ। ਮੈਨੂੰ ਲੱਗਦਾ ਕਿ ਇਹੀ ਇੱਕ ਜ਼ਿਆਦਾ ਠੀਕ ਹੈ। ਜਾਨ ਦੇਣਾ ਸੋਲੂਸ਼ਨ ਨਹੀਂ ਹੈ। ਉਹ ਤੁਸੀਂ ਜਾਨ ਦੇ ਦੋਗੇ ਤਾਂ ਤੁਹਾਡੇ ਬੱਚੇ, ਤੁਹਾਡੇ ਵਾਈਫ, ਉਹਨਾਂ ਦਾ ਖਿਆਲ ਕੌਣ ਰੱਖੂਗਾ? ਤਾਂ ਇਹ ਮੈਨੂੰ ਲੱਗਦਾ ਕਿ ਜਿਹੜਾ ਧਰਨਾ ਪ੍ਰਦਰਸ਼ਨ ਕਰਕੇ ਸਰਕਾਰ ਦੇ ਉੱਤੇ ਦਬਾਅ ਬਣਾ ਕੇ ਸਰਕਾਰ ਨੂੰ ਮਜਬੂਰ ਕਰ ਦੇਣਾ ਕਿ ਉਹ ਇੰਨਾ ਕੁ ਮੁਆਵਜ਼ਾ ਕਿਸਾਨਾਂ ਨੂੰ ਦੇ ਕਿ ਉਹਨਾਂ ਦਾ ਘਰ ਪੂਰਾ ਹੋ ਜੇ, ਉਹ ਇੱਕ ਜ਼ਿਆਦਾ ਬੈਟਰ ਤਰੀਕਾ ਹੈ। ਹਾਂ ਸਰ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਇਹਨਾਂ ਮੁੱਦਿਆਂ 'ਤੇ ਚਰਚਾ ਕਰਨ ਲਈ। ਸੋ ਅੱਜ ਦੇ ਲਈ ਸਪੈਸ਼ਲ ਰਿਪੋਰਟ ਦੇ ਵਿੱਚ ਇੰਨਾ ਹੀ, ਭਲਕੇ ਮੁੜ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਧੰਨਵਾਦ।